सरदार गुरजीत सिंह औजला वालों अमृतसर के नज़दीक तारां वालियां ਜ਼ਮੀਨਾਂ ਨੂੰ ਲੈ ਕੇ ਲਗਾਤਾਰ ਹੀ ਬਹੁਤ ਵਾਰ ਆਵਾਜ਼ ਚੁੱਕੀ ਗਈ ਸੀ, ਲੇਕਿਨ ਹੁਣ ਉਸ ਆਵਾਜ਼ ਨੂੰ ਜੋ ਹੈ ਅਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਜ਼ਿਮੀਂਦਾਰਾਂ ਨੂੰ ਬੜੇ ਚਿਰ ਦਾ ਇਹਦਾ ਮੁਖਾਲਤਾ ਸੀ, ਕਿਉਂਕਿ ਇਹ ਉਦੋਂ ਕਿਤੇ ਗਲਤੀ ਦੇ ਨਾਲ ਜ਼ਮੀਨ ਉਰੇ ਲੱਗ ਗਈ ਹੈ। ਜਿਹੜੀ ਤਾਰ ਜਦੋਂ ਅੱਤਵਾਦ ਦੇ ਸਮੇਂ ਤੋਂ ਬਾਅਦ ਲਾਈ ਹੈ ਨਾ, ਬਾਰਡਰ ਫੈਂਸਿੰਗ ਹੋਈ ਹੈ 1 ਕਿਲੋਮੀਟਰ ਭਾਰਤ ਵਾਲੇ ਬੰਨੇ ਲੱਗ ਗਈ। ਉਹ ਜਿਹੜੇ ਜ਼ਿਮੀਂਦਾਰ ਉਹਨਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਇੱਕ ਤੇ ਸਰਕਾਰ ਦਾ ਮੁਆਵਜ਼ਾ ਵੀ ਨਹੀਂ ਪੂਰਾ ਦਿੰਦੀ, 150 ਏਕੜ ਦਾ ਸਾਰਾ ਮੁਆਵਜ਼ਾ ਆਉਂਦਾ ਹੈ। ਕਿਸਾਨਾਂ ਨੂੰ ਇੱਕ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕੋਈ ਬੰਦਾ ਡਰੱਗ ਉੱਥੇ ਰੱਖ ਜਾਂਦਾ ਸੀਗਾ। ਕੀ ਲੱਗਦਾ ਇਹ ਜਿਹੜੀ ਆ ਜਿਹੜੇ ਕਿਸਾਨ ਸੀਗੇ ਇਹਨਾਂ ਤੋਂ ਬਚ ਸਕਣਗੇ ਜੇਕਰ 200 ਮੀਟਰ ਹੀ ਬੇਸ਼ੱਕ ਅੱਗੇ ਤਾਰ ਜਾਂਦੀ ਆ? ਮੈਂ ਹੁਣ ਲਾਸਟ ਮੀਟਿੰਗ ਆ 4 ਦਿਨ ਪਹਿਲਾਂ ਲਈ ਹੈ ਬਾਰਡਰ ਦੇ ਉੱਤੇ, ਤੁਸੀਂ ਦੇਖਿਆ ਹੀ ਹੋਏਗਾ। ਉੱਥੇ ਰਿਵਿਊ ਕੀਤਾ ਸਾਰੀ ਚੀਜ਼ ਦਾ। ਕੁਝ ਚੀਜ਼ਾਂ ਸਾਡੀਆਂ ਕਮਜ਼ੋਰੀਆਂ ਨੇ, ਜਿਵੇਂ ਅਸੀਂ ਟਰੱਕ ਸਕੈਨਰ ਹੈ। ਦੁਸ਼ਮਣ ਕੀ ਕਰਦਾ ਉਹਦੇ ਤੇ ਸਾਨੂੰ ਗਿਲਾ ਨਹੀਂ ਹੋਣਾ ਚਾਹੀਦਾ। ਦੁਸ਼ਮਣ ਤੇ ਦੁਸ਼ਮਣ ਹੈ, ਉਹਨੇ ਸਾਡੇ ਆਖਿਆ ਹਟਣਾ ਨਹੀਂ, ਨਾ ਡਰੱਗ ਭੇਜਣਾ ਹਟਣਾ, ਨਾ ਉਹਨੂੰ ਹਥਿਆਰ ਭੇਜਣਾ। ਸਾਨੂੰ ਆਪਣੀ ਤਿਆਰੀ ਪੂਰੀ ਰੱਖਣੀ ਚਾਹੀਦੀ ਹੈ। ਅਸੀਂ ਵੇਖੋ ਟਰੱਕ ਸਕੈਨਰ 2012 ਦਾ ਜਦੋਂ ICP ਬਣੀ ਹੈ, ਪਾਕਿਸਤਾਨ ਵਾਲੇ ਬੰਨੇ ਲੱਗਾ, ਸਾਡੇ ਵਾਲੇ ਬੰਨੇ ਨਹੀਂ ਲੱਗਾ। ਕੁਐਸਚਨ ਵੀ ਪੁੱਟ ਕੀਤੇ ਆ ਕਿ ਸਰਕਾਰ ਨੂੰ ਇਹਨੂੰ ਤਾਰ ਨੂੰ ਅੱਗੇ ਲਿਜਾਣਾ ਚਾਹੀਦਾ। ਸੋ ਉਹਦਾ ਜਵਾਬ ਵੀ ਆਇਆ ਸੀ ਕਿ ਸਰਕਾਰ ਇਹਦੇ ਤੇ ਵਿਚਾਰ ਗੌਰ ਜ਼ਰੂਰ ਕਰੂਗੀ। ਮੈਨੂੰ ਚੰਗਾ ਲੱਗਾ ਜਿਹੜਾ ਭਗਵੰਤ ਮਾਨ ਜੀ ਨੇ ਵੀ ਜਿਹੜਾ ਮੁੱਦਾ ਆ ਇਹ ਉਠਾਇਆ। ਹੋ ਸਕਦਾ ਉਹਨਾਂ ਦੇ ਧਿਆਨ 'ਚ ਵੀ ਕਿਹਾ ਹੋਊਗਾ, ਕਿਉਂਕਿ ਸਾਰੀ ਜਦੋਂ ਸਰਕਾਰ ਹੋਵੇ ਉਹਨਾਂ ਲਈ ਇਹ ਮੁੱਦੇ ਉਹਨਾਂ ਤੱਕ ਵੀ ਪਹੁੰਚਦੇ ਨੇ। ਮਨ ਨੂੰ ਸ਼ਾਂਤੀ ਮਿਲ ਰਹੀ ਹੈ, ਕਿਉਂਕਿ ਹਮੇਸ਼ਾ ਹੀ ਜਦੋਂ ਪਿਛਲੀ ਵਾਰ ਇਲੈਕਸ਼ਨ ਲੜ ਰਹੇ ਸੀ ਕਿ ਲੋਕ ਕਹਿੰਦੇ ਸੀਗੇ ਗੁਰਜੀਤ ਸਿੰਘ ਔਜਲਾ ਜਿਹੜਾ ਨੇਤਾ ਨਹੀਂ ਉਹ ਬੇਟਾ ਹੈ। ਕਿ ਲੱਗਦਾ ਕਿ ਵਾਕਈ ਬੇਟੇ ਵਾਲਾ ਫਰਜ਼ ਜਿਹੜਾ ਨਿਭਾਇਆ ਜਾ ਰਿਹਾ। ਕਿਸਾਨ ਤੇ ਕੁਦਰਤੀ ਗੱਲ ਹੈ ਕਿ ਖੁਸ਼ ਹੋਣਗੇ ਕਿ ਕਿਉਂਕਿ ਉਹਨਾਂ ਨੇ ਮਤਲਬ ਜਦੋਂ ਦਾ ਮਤਲਬ ਜਦੋਂ ਅੱਗੇ ਵੀ ਪਾਰਲੀਮੈਂਟ 'ਚ ਵੀ ਗੱਲ ਹੁੰਦੀ ਹੈ ਹਮੇਸ਼ਾ ਹੀ ਉਹਨਾਂ ਨੇ ਆ ਕੇ ਇੱਥੇ ਥੈਂਕਸ ਵੀ ਕਰਦੇ ਆ ਕਿ ਚਲੋ ਸ਼ੁਕਰ ਹੈ ਕੋਈ ਬੰਦਾ ਸਾਡੀ ਆਵਾਜ਼ 'ਤੇ ਰੱਖਦਾ ਨਾ। ਡਰੱਗ ਜਿਹੜਾ 600 ਕਿਲੋ ਆਈ ਸੀ ਉਹਦਾ ਮਸਲਾ ਪਾਰਲੀਮੈਂਟ ਦੇ ਵਿੱਚ ਰੱਖਿਆ, ਹੋਮ ਮਿਨਿਸਟਰ ਦੇ ਸਾਹਮਣੇ ਰੱਖਿਆ। 2 ਵਾਰੀ ਸਟੇਟ ਮਿਨਿਸਟਰ ਟਰੱਕ ਸਕੈਨਰ ਦਾ ਉਦਘਾਟਨ ਕਰਕੇ, ਤੇ ਜੇ ਹੁਣ ਲੱਗਾ ਹੀ ਲੱਗਾ ਆ ਕੇ ਮਤਲਬ 10 ਸਾਲਾਂ ਬਾਅਦ ਤੁਸੀਂ ਇਹ ਵੇਖੋਗੇ ਉਹ ਨੇ ਕਸਟਮ ਨੇ ਕਹਿ ਦਿੱਤਾ ਇਹ ਸਾਡੇ ਮਾਪਦੰਡਾਂ ਦੇ ਮੁਤਾਬਕ ਨਹੀਂ ਹੈਗਾ, ਉਹ ਸਕ੍ਰੈਪ ਹੋ ਗਿਆ, ਹੁਣ ਲਿਖਿਆ ਜਿਹਨੂੰ ਚੁੱਕ ਕੇ ਲੈ ਜਾਓ। ਮਤਲਬ ਆਹ ਸਾਡੇ ਇੰਡੀਆ ਦਾ ਹਾਲ ਹੈ। ਅੰਮ੍ਰਿਤਸਰ ਦੇ ਸਾਂਸਦ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਅੰਮ੍ਰਿਤਸਰ ਦੇ ਨਜ਼ਦੀਕ ਤਾਰਾਂ ਵਾਲੀਆਂ ਜ਼ਮੀਨਾਂ ਨੂੰ ਲੈ ਕੇ ਲਗਾਤਾਰ ਹੀ ਬਹੁਤ ਵਾਰ ਆਵਾਜ਼ ਚੁੱਕੀ ਗਈ ਸੀ, ਲੇਕਿਨ ਹੁਣ ਉਸ ਆਵਾਜ਼ ਨੂੰ ਜੋ ਹੈ ਅਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਜੇਕਰ ਗੁਰਜੀਤ ਸਿੰਘ ਔਜਲਾ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਉਹਨਾਂ ਵੱਲੋਂ ਕੇਂਦਰ ਸਰਕਾਰ ਉੱਤੇ ਵੀ ਦਬਾਅ ਜਿਹੜਾ ਸੀਗਾ ਉਹ ਬਣਾਇਆ ਜਾ ਰਿਹਾ ਸੀਗਾ, ਤਾਂ ਜੋ ਕਿ ਤਾਰ ਜਿਹੜੀ ਆ ਉਹ ਗਾਂਹ ਵਾਲੇ ਪਾਸੇ ਜਾ ਸਕੇ ਅਤੇ ਕਿਸਾਨਾਂ ਨੂੰ ਫਾਇਦਾ ਮਿਲ ਸਕੇ। ਹਾਲਾਂਕਿ ਗੁਰਜੀਤ ਸਿੰਘ ਔਜਲਾ ਵੱਲੋਂ 1 ਸਾਲ ਜਿਹੜਾ ਸੀਗਾ ਤਕਰੀਬਨ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਵੀ ਕਿਸਾਨਾਂ ਦੇ ਲਈ ਜਿਹੜਾ ਸੀਗਾ ਧਰਨਾ ਪ੍ਰਦਰਸ਼ਨ ਜਿਹੜਾ ਸੀਗਾ ਉਹ ਕੀਤਾ ਗਿਆ ਸੀਗਾ। ਗੁਰਜੀਤ ਸਿੰਘ ਔਜਲਾ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਔਜਲਾ ਸਾਹਿਬ, ਪਹਿਲਾਂ ਤਾਂ ਤੁਹਾਨੂੰ ਮੁਬਾਰਕ ਹੋਵੇ, ਕਿਉਂਕਿ ਬਹੁਤ ਵੱਡਾ ਇਨੀਸ਼ੀਏਟਿਵ ਸੀਗਾ ਤੁਹਾਡੇ ਵੱਲੋਂ ਚੁੱਕਿਆ ਗਿਆ ਸੀਗਾ। ਲਗਾਤਾਰ ਹੀ ਕੇਂਦਰ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਸੀ, ਲੇਕਿਨ ਹੁਣ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ। ਕਹਿੰਦੇ 200 ਮੀਟਰ ਤਾਰ ਜਿਹੜੀ ਉਹ ਅਗਲੇ ਪਾਸੇ ਜਾ ਰਹੀ ਹੈ। ਕਿੰਨੀ ਕੁ ਮਨ ਨੂੰ ਸੰਤੁਸ਼ਟੀ ਹੈ ਜੀ? ਦੇਖੋ, ਮੈਂ ਵੀ ਇਹ ਬਿਆਨ ਪੜ੍ਹਿਆ ਕਿ ਪੰਜਾਬ ਸਰਕਾਰ ਨੇ ਵੀ ਇਸ ਗੱਲ ਦੀ ਮੰਗ ਰੱਖੀ, ਪਰ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਹਾਂ 2017, ਉਸ ਤੋਂ ਬਾਅਦ ਕਿਉਂਕਿ ਬਾਰਡਰ ਏਰੀਏ ਨਾਲ ਜੁੜੇ ਇੱਕ ਗੱਲ ਦਾ ਵਾਕਫ ਹੈ ਜਿਹੜੀਆਂ ਮੁਸ਼ਕਲਾਂ ਨੇ, ਸੋ ਵਿਜ਼ਿਟ ਵੀ ਕੀਤੀ ਸੀ ਸਰਕਾਰ ਨੂੰ, ਪਾਰਲੀਮੈਂਟ ਦੇ ਵਿੱਚ ਵੀ ਬੇਨਤੀ ਕੀਤੀ ਸੀ ਔਰ ਬਾਰ-ਬਾਰ ਸਰਕਾਰ ਦੇ ਅਸੀਂ ਚਿੱਠੀ ਪੱਤਰ ਰਾਹੀਂ ਵੀ ਦੱਸਦੇ ਰਹੇ ਹਾਂ ਕਿ ਚੌਂਕੀ ਜਿਹੜੀ BSF ਦੀ ਤਾਰ ਲੱਗੀ ਹੈ ਨਾ ਨਾਲ ਇਹ ਤਕਰੀਬਨ 1 ਕਿਲੋਮੀਟਰ ਪਿੱਛੇ ਲੱਗ ਗਈ ਹੈ। ਮੰਨਣਾ ਹੈ ਕਿ ਕਰੀਬ 1500-1600 ਏਕੜ ਦੇ ਕਰੀਬ ਜ਼ਮੀਨ ਜਿਹੜੀ ਹੈ ਤਾਰੋਂ ਪਾਰ ਸਾਡੀ ਰਹਿੰਦੀ ਹੈ। ਸ਼ਾਇਦ 2000 ਵੀ ਹੋਵੇ। ਇੱਕ ਸਰਕਾਰ ਦਾ ਆਪਣਾ ਵੀ ਆਲੂਆਂ ਦਾ ਫਾਰਮ ਵੀ ਉੱਧਰ ਇਹਨਾਂ ਨੇ ਕੁਐਰ ਕੀਤਾ ਹੈ ਕਿ ਆਲੂਆਂ ਦੇ ਫਾਰਮ ਵਾਸਤੇ ਰਿਸਰਚ ਸੈਂਟਰ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਉੱਥੇ ਬਣ ਸਕੂਗਾ। ਸੋ ਉਹ 83-84 ਨੰਬਰ ਗੇਟ ਜਿਹੜੇ BSF ਦੇ ਨੇ, 83, 84, 85, 86, 87, 88, 99, 90, 91, 91/1 ਤੇ 92 ਨੰਬਰ ਗੇਟ। ਇਹ ਕਰੀਬ ਬੁਰਜ, ਵੇਰਾ ਪਿੰਡ ਪੈਂਦਾ, ਲੋਧੀ ਹੈ, ਭੱਗੂਪੁਰਾ ਆ, ਮੰਝ ਆ, ਡੱਗ ਤੂਤ ਹੈ ਤੇ ਕੱਕੜ ਆ। ਕੱਕੜਾਂ ਦੀ ਵੀ ਕਾਫੀ ਵੱਡੀ ਜ਼ਮੀਨ ਹੈ। ਸੋ ਇਹ ਚੌਂਕੀਆਂ ਨੇ ਜਿਹੜੀਆਂ, ਇੱਕ BSF ਦੀ ਫਾਰਵਰਡ ਚੌਂਕੀ ਹੈ, ਇੱਕ ਕੱਕੜਾਂ ਦੀ ਚੌਂਕੀ ਹੈ, ਇੱਕ ਬੁਰਜਾਂ ਦੀ ਚੌਂਕੀ ਆ। ਸੋ ਇਹ BSF ਦੀਆਂ ਚੌਂਕੀਆਂ ਨੇ। ਇਹਨਾਂ ਦੇ ਜਿਹੜੇ ਗੇਟਾਂ ਦੀ ਪਾਰ ਜ਼ਮੀਨ ਸੀ ਇਹ ਜ਼ਿਮੀਂਦਾਰਾਂ ਦੀ ਸੀ, ਔਰ ਜ਼ਿਮੀਂਦਾਰਾਂ ਨੂੰ ਬੜੇ ਚਿਰ ਦਾ ਇਹਦਾ ਮੁਖਾਲਤਾ ਸੀ, ਕਿਉਂਕਿ ਇਹ ਉਦੋਂ ਕਿਤੇ ਗਲਤੀ ਦੇ ਨਾਲ ਜ਼ਮੀਨ ਉਰੇ ਲੱਗ ਗਈ ਹੈ। ਜਿਹੜੀ ਤਾਰ ਜਦੋਂ ਅੱਤਵਾਦ ਦੇ ਸਮੇਂ ਤੋਂ ਬਾਅਦ ਲਾਈ ਹੈ ਨਾ, ਬਾਰਡਰ ਫੈਂਸਿੰਗ ਹੋਈ ਹੈ 1 ਕਿਲੋਮੀਟਰ ਭਾਰਤ ਵਾਲੇ ਬੰਨੇ ਲੱਗ ਗਈ। ਉਹ ਜਿਹੜੇ ਜ਼ਿਮੀਂਦਾਰ ਉਹਨਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਇੱਕ ਤੇ ਸਰਕਾਰ ਦਾ ਮੁਆਵਜ਼ਾ ਵੀ ਨਹੀਂ ਪੂਰਾ ਦਿੰਦੀ, 150 ਏਕੜ ਦਾ ਸਾਰਾ ਮੁਆਵਜ਼ਾ ਆਉਂਦਾ ਹੈ। ਦੂਜੀ ਗੱਲ, ਇੰਨੀ ਜ਼ਮੀਨ ਲਈ
ਬੀਐਸਐਫ ਨੂੰ ਵੀ ਮੁਸ਼ੱਕਤ ਬਹੁਤ ਕਰਨੀ ਪੈਂਦੀ ਹੈ, ਕਿਉਂਕਿ ਇੰਨੇ ਬੰਦਿਆਂ ਨੂੰ ਮੁੜ ਕੇ ਤੁਸੀਂ ਤਹਿਕੀਕਾਤ ਕਰਕੇ ਅੰਦਰ ਲਿਆਉਣਾ, ਕੋਈ ਡਰੱਗਸ ਨਾ ਆਵੇ, ਕੋਈ ਹਥਿਆਰ ਨਾ ਆਵੇ, ਉਹ ਵੀ ਬੜਾ ਵੱਡਾ ਇੱਕ ਚੈਲੰਜ ਹੈ। ਸੋ ਉਹਦੇ ਨਾਲ ਕੁਝ ਬੰਦੇ ਜਿਹੜੇ ਕੋਈ ਦਾਗੀ ਉਹ ਕੰਮ ਕਰਦੇ ਸੀ, ਪਰ ਹੁਣ ਜਿਹੜੀ ਪੁਲਿਸ ਹੈ ਉਹਨੂੰ ਤਾਂ ਇੱਕ ਅੱਖ ਨਾਲ ਸਾਰਿਆਂ ਨੂੰ ਵੇਖਣਾ ਪੈਂਦਾ, ਪਤਾ ਨਹੀਂ ਕਿੱਥੋਂ ਕੀ ਨਿਕਲਣਾ। ਕਈ ਵਾਰੀ ਜਿਹੜੇ ਬੰਦੇ ਸਹੀ ਉਹਨਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਸੋ ਉੱਥੇ ਫਸਲ ਵੀ ਘੱਟ ਹੁੰਦੀ ਹੈ। ਹੁਣ ਉੱਥੇ ਇਹਨਾਂ ਨੇ ਫੈਂਸਿੰਗ ਲਾਉਣੀ ਬੰਦ ਕਰਤੀ। ਅੱਗੇ ਜਿਹੜਾ ਜਾਨਵਰ ਹੈ ਉਹ ਸੂਰ ਜਿਹੜਾ ਜ਼ਿਆਦਾ ਆ ਕੇ ਉਹਨੂੰ ਖਰਾਬ ਕਰ ਦਿੰਦਾ ਫਸਲ ਨੂੰ। ਐਤਕੀ ਝੋਨਾ ਬਹੁਤ ਖਰਾਬ ਹੋਇਆ। ਤੋ ਸਰਕਾਰ ਨੇ ਬੰਦ ਕਰਤਾ, ਕਿਉਂਕਿ ਜਦੋਂ ਬੀਐਸਐਫ ਜਾਂਦੀ ਹੈ ਕਿਤੇ ਉਹਨਾਂ ਦਾ ਪੈਰ ਲੱਗ ਗਿਆ, ਕੋਈ ਜਵਾਨ ਕੋਈ ਨੂੰ ਦੁਰਘਟਨਾਗ੍ਰਸਤ ਹੋ ਗਿਆ ਤੇ ਫਿਰ ਬੜੀ ਮੁਸ਼ਕਲ ਦਾ ਸਾਹਮਣਾ ਤਾਂ ਕਰਨਾ ਪੈਂਦਾ, ਕਿਉਂਕਿ ਡਿਊਟੀ ਕਰਨ ਆਇਆ। ਸੋ ਸਰਕਾਰ ਨੇ ਫੈਂਸਿੰਗ ਬੰਦ ਕਰ ਦਿੱਤੀ ਕਿ ਸੂਰਾਂ ਦੀ ਫੈਂਸਿੰਗ ਨਹੀਂ ਲਾਉਣੀ। ਉਹ ਵੀ ਇੱਕ ਫਸਲ ਬੜੀ ਜਿਹੜੀ ਖਾਧੀ ਗਈ। ਫਿਰ ਟਾਈਮ ਸਿਰ ਜਾ ਨਹੀਂ ਪਾਉਣਾ, ਪਾਣੀ ਨਹੀਂ ਲੱਗਣਾ। ਸੋ ਇਹ ਕਾਫੀ ਮੁਸ਼ਕਲਾਂ ਸੀ। ਸੋ ਮੈਂ ਪਾਰਲੀਮੈਂਟ ਦੇ ਅੰਦਰ ਵੀ ਬਾਰ-ਬਾਰ ਆਵਾਜ਼ ਉਠਾਈ ਹੈ, ਜਿਹਦਾ ਰਿਕਾਰਡ ਪਾਰਲੀਮੈਂਟ 'ਚ ਵੀ ਹੈਗਾ, ਕੁਐਸਚਨ ਵੀ ਪੁੱਟ ਕੀਤੇ ਆ ਕਿ ਸਰਕਾਰ ਨੂੰ ਇਹਨੂੰ ਤਾਰ ਨੂੰ ਅੱਗੇ ਲਿਜਾਣਾ ਚਾਹੀਦਾ। ਸੋ ਉਹਦਾ ਜਵਾਬ ਵੀ ਆਇਆ ਸੀ ਕਿ ਸਰਕਾਰ ਇਹਦੇ 'ਤੇ ਵਿਚਾਰ ਗੌਰ ਜ਼ਰੂਰ ਕਰੂਗੀ। ਮੈਨੂੰ ਚੰਗਾ ਲੱਗਾ ਕਿ ਜਿਹੜਾ ਭਗਵੰਤ ਮਾਨ ਜੀ ਨੇ ਵੀ ਜਿਹੜਾ ਮੁੱਦਾ ਆ ਇਹ ਉਠਾਇਆ, ਹੋ ਸਕਦਾ ਉਹਨਾਂ ਦੇ ਧਿਆਨ 'ਚ ਵੀ ਗਿਆ ਹੋਊਗਾ, ਕਿਉਂਕਿ ਸਾਰੀ ਜਦੋਂ ਸਰਕਾਰ ਹੋਵੇ ਉਹਨਾਂ ਲਈ ਇਹ ਮੁੱਦੇ ਉਹਨਾਂ ਤੱਕ ਵੀ ਪਹੁੰਚਦੇ ਨੇ। ਸੋ ਜੇ ਇਹ ਅੱਗੇ ਚਲੇ ਜਾਂਦਾ ਆ ਤਾਂ ਬਹੁਤ ਵੱਡੀ ਰਾਹਤ ਜਿਹੜੀ ਹੈ ਸਾਡੀ ਬਾਰਡਰ ਬੈਲਟ ਦੇ ਕਿਸਾਨ ਨੂੰ ਮਿਲੂਗੀ। ਕੀ ਲੱਗਦਾ ਨਹੀਂ ਹੈ ਕਿ ਭਗਵੰਤ ਮਾਨ ਸਾਹਿਬ ਨਾਲ ਲੰਮਾ ਚਿਰ ਤੁਸੀਂ ਕੰਮ ਵੀ ਕੀਤਾ ਵਾ, ਸ਼ਾਇਦ ਇਸ ਚੀਜ਼ ਨੂੰ ਲੈ ਕੇ ਵੀ, ਕਿਉਂਕਿ ਤੁਸੀਂ ਸਵਾਲ ਪੁੱਛਦੇ ਹੋਗੇ, ਆ ਵੀ ਚੀਜ਼ ਤਾਂ ਹੀ ਦਿਮਾਗ 'ਚ ਰਹਿੰਦੀ ਹੋ? ਬਿਲਕੁਲ, ਕਿਉਂਕਿ ਇਹ ਅਸੀਂ ਜਿਹੜਾ ਸਮਾਂ ਉੱਥੇ ਕੱਢਿਆ ਨਾ, ਜਦੋਂ ਅਸੀਂ ਪਾਰਲੀਮੈਂਟ ਦੇ ਵਿੱਚ ਹੁੰਦੇ ਸਾਰੇ ਤਕਰੀਬਨ ਮੁੱਦੇ ਜਿਹੜੇ ਡਿਸਕਸ ਕਰ ਲਈਦੇ ਸੀ। ਕਿਤੇ ਉਹਨਾਂ ਨੂੰ ਕੋਈ ਡਿਸਕਸ਼ਨ ਦੀ ਲੋੜ ਹੈ ਤੇ ਅਸੀਂ ਉਹਨਾਂ ਨਾਲ ਡਿਸਕਸ ਕਰਕੇ ਕੋਈ ਜਿਹੜਾ ਮੁੱਦਾ ਉਠਾਉਣ ਵਾਲਾ ਸੀ ਉਹਨਾਂ ਨੂੰ ਅਸੀਂ ਮੈਨੇਜ ਪਲੱਸ ਕਰ ਦਿੰਦੇ ਹਾਂ, ਕਿਤੇ ਉਹ ਸਾਨੂੰ ਕਰ ਦਿੰਦੇ। ਸੋ ਉਹ ਕਈ ਵਾਰੀ ਇਹ ਗੱਲਾਂ ਰਹੀਆਂ ਨੇ। ਹਾਂ, ਹੋ ਸਕਦਾ ਉਦੋਂ ਵੀ ਉਹਨਾਂ ਦੇ ਦਿਮਾਗ 'ਚ ਇਹ ਗੱਲ ਰਹੀ ਹੋਵੇ, ਕਿਉਂਕਿ ਇਹ ਉਹਨਾਂ ਦਾ ਨਾਲ ਲੱਗਦਾ ਮੁੱਦਾ ਤਾਂ ਨਹੀਂ ਸੀ ਹੈਗਾ, ਕਿ ਉਹਨਾਂ ਦੀ ਕੌਂਸਟੀਟਿਊਂਸੀ ਨਹੀਂ ਸੀ ਇਹਦੇ ਨਾਲ ਲੱਗਦੀ। ਅਤੇ ਮੈਂ ਤਕਰੀਬਨ ਬਾਰਡਰ ਦੇ ਉੱਤੇ ਬੋਲਦਾ ਰਹਿੰਦਾ ਸੀ, ਚਾਹੇ ਵਪਾਰ ਦਾ ਮੁੱਦਾ ਹੋਵੇ, ਚਾਹੇ ਇਹਦਾ ਮੁੱਦਾ ਹੋਵੇ, ਟਰੱਕ ਸਕੈਨਰ ਦਾ ਮੁੱਦਾ ਹੋਵੇ। ਸੋ ਬਾਰਡਰ ਦੀਆਂ ਇਸ਼ੂ ਜਿਵੇਂ ਦਰਿਆ ਵਾ, ਦਰਿਆ ਦੇ ਨਾਲ ਤੁਸੀਂ ਨੂੰ ਪੱਕਿਆਂ ਕਰਨ ਦਾ ਮੁੱਦਾ ਹੋਵੇ। ਸੋ ਇਹ ਪੁਰਾਣੇ ਮੁੱਦੇ ਮੈਂ ਇਹਦੇ ਨਾਲ ਉਠਾਉਂਦਾ ਰਹਿੰਦਾ ਸੀ। ਸੋ ਇਸ ਕਰਕੇ ਕਈ ਵਾਰੀਆਂ ਗੱਲਾਂ ਰਹਿ ਵੀ ਜਾਂਦੀਆਂ ਨੇ, ਹੋ ਸਕਦਾ ਕਿਸੇ ਨੇ ਹੁਣ ਵੀ ਦੇਖਿਆ ਹੋਵੇ। ਸੋ ਇਹ ਸਾਰੀਆਂ ਆਪਸ਼ਨ ਹੈਗੀਆਂ ਨੇ। ਚਲੋ, ਪਰ ਫਿਰ ਵੀ ਚੰਗੀ ਗੱਲ ਹੈ ਜੇ ਉਹਨਾਂ ਨੇ, ਮੈਂ ਉਹਦਾ ਸਵਾਗਤ ਵੀ ਕਰਦਾ ਕਿ ਜੇ ਉਹਨਾਂ ਨੇ ਇਹ ਮੁੱਦਾ ਉਠਾਇਆ। ਅਤੇ ਐਤਕੀ ਪਾਰਲੀਮੈਂਟ ਸ਼ੁਰੂ ਹੋਣਾ, ਫਿਰ ਇਸ ਗੱਲ ਦਾ ਦਬਾਅ ਬਣਾਵਾਂਗੇ ਕਿ ਤਾਰ ਜਿਹੜੀ ਹੈ ਇਹ 1 ਕਿਲੋਮੀਟਰ ਅੱਗੇ ਜਾਣੀ ਚਾਹੀਦੀ ਹੈ। ਮਨ ਨੂੰ ਸ਼ਾਂਤੀ ਮਿਲ ਰਹੀ ਹੈ, ਕਿਉਂਕਿ ਹਮੇਸ਼ਾ ਹੀ ਜਦੋਂ ਪਿਛਲੀ ਵਾਰ ਇਲੈਕਸ਼ਨ ਲੜ ਰਹੇ ਸੀ ਕਿ ਲੋਕ ਕਹਿੰਦੇ ਸੀਗੇ ਗੁਰਜੀਤ ਸਿੰਘ ਔਜਲਾ ਜਿਹੜਾ ਨੇਤਾ ਨਹੀਂ ਉਹ ਬੇਟਾ ਆ, ਕਿ ਲੱਗਦਾ ਕਿ ਵਾਕਈ ਬੇਟੇ ਵਾਲਾ ਫਰਜ਼ ਜਿਹੜਾ ਨਿਭਾਇਆ ਜਾ ਰਿਹਾ? ਦੇਖੋ, ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤਨਦੇਹੀ ਦੇ ਨਾਲ, ਕਿਉਂਕਿ ਅਜਿਹੀ ਜਗ੍ਹਾ ਜਿਹੜੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲੋਕ ਨਤਮਸਤਕ ਹੋਣ ਆਉਂਦੇ ਹੋਣ ਅਤੇ ਪ੍ਰਮਾਤਮਾ ਉਸ ਜਗ੍ਹਾ 'ਤੇ ਤੁਹਾਨੂੰ 2 ਵਾਰੀ ਮੈਂਬਰ ਪਾਰਲੀਮੈਂਟ ਬਣਾ ਦੇ, ਅਤੇ ਬਹੁਤ ਵੱਡੀ ਇੱਕ ਗੱਲ ਹੁੰਦੀ ਹੈ। ਸੋ ਲੋਕਾਂ ਦੀ ਮਰਜ਼ੀ ਸੀ, ਲੋਕਾਂ ਨੇ ਮੈਨੂੰ ਚੁਣਿਆ, ਔਰ ਮੈਂ ਸਿਰਫ ਜਿਹੜਾ ਚੁਣੇ ਹੋਏ ਦਾ ਫਰਜ਼ ਅਦਾ ਕਰ ਰਿਹਾ। ਕਿਸਾਨਾਂ ਨਾਲ ਗੱਲਬਾਤ ਹੋਈ, ਉਹਨਾਂ ਨੂੰ ਲੱਗਦਾ ਕਿ ਰਾਹਤ ਮਿਲੇਗੀ ਹੁਣ? ਬਿਲਕੁਲ, ਦੇਖੋ ਕਿਸਾਨ ਤੇ ਕੁਦਰਤੀ ਗੱਲ ਹੈ ਕਿ ਖੁਸ਼ ਹੋਣਗੇ ਜੇ, ਕਿਉਂਕਿ ਉਹਨਾਂ ਨੂੰ ਮਤਲਬ ਜਦੋਂ ਦਾ ਮਤਲਬ ਜਦੋਂ ਅੱਗੇ ਵੀ ਪਾਰਲੀਮੈਂਟ 'ਚ ਵੀ ਗੱਲ ਹੁੰਦੀ ਹੈ, ਹਮੇਸ਼ਾ ਹੀ ਉਹਨਾਂ ਨੇ ਆ ਕੇ ਇੱਥੇ ਥੈਂਕਸ ਵੀ ਕਰਦੇ ਆ ਵੀ ਚਲੋ ਸ਼ੁਕਰ ਹੈ ਕੋਈ ਬੰਦਾ ਸਾਡੀ ਆਵਾਜ਼ 'ਤੇ ਰੱਖਦਾ ਨਾ। ਔਰ ਉਹ ਮਸਲੇ ਹੱਲ ਵੀ ਹੋਏ ਆ। ਜਿੱਦਾਂ ਹੁਣ ਅਸੀਂ ਬਾਰਡਰ ਦੇ ਤਾਰ ਦੇ ਨਾਲ ਤੁਹਾਨੂੰ ਪਤਾ ਇੱਥੇ ਰਸਤੇ ਕੱਚੇ ਨੇ, ਰਾਜਸਥਾਨ ਵਾਲੀ ਸਾਈਡ 'ਤੇ ਪੱਕੇ ਆ। ਤਕਰੀਬਨ ਸਾਰੀਆਂ ਮੀਟਿੰਗਾਂ 'ਚ ਸਟੈਂਡਿੰਗ ਕਮੇਟੀ ਦੀ ਮੀਟਿੰਗ ਹੋਵੇ ਜਾਂ ਜਿਹੜੀ ਇਹਦੇ ਨਾਲ ਰਿਲੇਟ ਕਰਦੀ ਹੋਵੇ, ਜਾਂ ਐਕਸਟਰਨਲ ਅਫੇਅਰ ਕਮੇਟੀ ਜਦੋਂ ਮੈਂ ਲੈ ਕੇ ਅਸੀਂ ਆਏ ਸੀ, ਕਰਤਾਰਪੁਰ ਸਾਹਿਬ ਵੀ ਲੈ ਕੇ ਗਏ ਸੀ 2017 'ਚ, ਉਹ ਸਾਰੇ ਇਸ਼ੂ ਜਿਹੜੇ ਨੇ ਉਹ ਅਸੀਂ ਉਠਾਉਂਦੇ ਰਹਿੰਦੇ ਹਾਂ। ਜਿਹੜੇ ਪੁਲ ਜਿਹੜੇ ਬਾਰਡਰ ਦੇ ਤਾਰਾਂ ਦੇ ਨਾਲ ਨੇ, ਬਹੁਤ ਵੀਕ ਨੇ, ਬੜੀ ਮਾੜੀ ਕੰਡੀਸ਼ਨ ਹੈ। ਪਰ ਹੁਣ ਫਿਰ ਮਨਜ਼ੂਰੀਆਂ ਮਿਲੀਆਂ ਵੀ ਆ, ਫਿਰ ਨਹੀਂ, ਪਰ ਫਿਰ ਕੰਮ ਰੋਕ ਦਿੱਤੇ ਗਏ ਨੇ। ਸੋ ਕਈ ਚੀਜ਼ਾਂ ਨੇ ਜਿਨ੍ਹਾਂ ਮਤਲਬ ਬੜੀਆਂ ਉੱਥੇ ਮਤਲਬ ਤੁਸੀਂ ਕਹਿ ਸਕਦੇ ਜੇ ਕਿ ਬੁਰੀ ਹਾਲਤ ਦੇ ਵਿੱਚ ਨੇ, ਖਾਸ ਕਰ ਪੁਲਾਂ ਦਾ ਹਾਲਤ ਅਸੀਂ ਰਿਪੇਅਰ ਨਹੀਂ ਕਰ ਸਕਦੇ, ਰਿਪੇਅਰ ਨਹੀਂ ਕਰਨ ਦਿੰਦੇ। ਹੁਣ ਜਿਵੇਂ ਅਸੀਂ ਤੁਸੀਂ ਦਾ ਕੰਮ ਸੀ, ਤੁਸੀਂ ਦੇ ਉੱਤੇ BSF ਹੁਣ ਉੱਥੇ ਵਰਕ ਕਰਦੀ ਹੈ। ਹੁਣ BSF ਨੂੰ ਮਿੱਟੀ 'ਚ ਤੁਰਨਾ ਫਿਰਨਾ ਰਹਿੰਦਾ, ਪਰ ਡਿਫੈਂਸ ਵਾਲਿਆਂ ਦੇ ਅਸੀਂ ਤੁਹਾਨੂੰ ਪੱਕੀ ਸੜਕ ਨਹੀਂ ਬਣਾਉਣ ਦੇਣੀ। ਹੁਣ ਮਨਰੇਗਾ ਤੋਂ ਅਸੀਂ ਕਰੀਬ 8 ਕਰੋੜ ਦਾ ਪ੍ਰੋਜੈਕਟ 40 ਕਿਲੋਮੀਟਰ ਦਾ, ਜਿਹੜੀ ਖੜਵੰਜਾ ਜਿਨ੍ਹਾਂ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਆ, ਮਤਲਬ ਇੱਟ ਜਿਹੜੀ ਖੜੇ ਰੋਕ ਜਿਹੜੀ ਇੱਟ ਆ, ਉਹ ਲਾ ਕੇ ਤੁਸੀਂ ਦੇ ਉੱਤੇ ਅਸੀਂ ਆ ਅਜਨਾਲੇ ਤੋਂ ਅਸੀਂ ਅਖੀਰ ਤੱਕ ਲੈ ਕੇ ਜਾਣੀ ਆ, ਸਾਰੰਗ ਦੇ ਇੱਧਰ ਅਗਲੇ ਬੰਨੇ ਤੱਕ ਸਾਰੇ। ਸੋ ਇਹ ਮਸਲੇ ਸੀ ਬੜੇ ਚਿਰ ਦੇ ਬਾਰਡਰ ਦੇ। ਮੈਂ ਜਦੋਂ ਮਸਲਾ ਉਠਾਇਆ ਸੀ, ਮੈਂ ਸਮਝਦਾ ਕਿ ਜਿਹੜੀਆਂ ਵਾਟਰ ਫਰੰਟ ਬਾਡੀਆਂ ਨੇ, ਵਾਟਰ ਬਾਡੀਆਂ ਨੇ ਜਿਹੜੀਆਂ, ਉਹਨਾਂ ਨੂੰ ਜਿਹੜੇ ਉਸ ਪਾਸੇ ਨੂੰ ਵੱਲ ਨੂੰ ਘਰ ਹੋਣ ਜਾਂ ਕਮਰਾ ਵੀ ਅਸੀਂ ਲੈਣਾ ਹੋਵੇ, ਕੋਈ ਚਾਹੇ ਰਿਵਰ ਵਿਊ ਹੋਵੇ ਚਾਹੇ ਲੇਕ ਵਿਊ ਹੋਵੇ, ਉਹ ਮਹਿੰਗਾ ਮਿਲਦਾ ਹੈ ਸਾਨੂੰ, ਅਸੀਂ ਕਿਉਂ ਨਹੀਂ ਇਹਨੂੰ ਮਤਲਬ ਵਧੀਆ ਬਣਾ ਪਾਉਂਦੇ। ਸੋ ਇਹ ਮੇਰੀ ਬੜੇ ਚਿਰ ਦੀ, ਮੈਂ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਉਦੋਂ ਮਤਲਬ ਰੱਖੀ ਸੀ। ਸੋ ਉਹ ਗੱਲਾਂ ਜਦੋਂ ਅਸੀਂ ਪਾਰਲੀਮੈਂਟ 'ਚ ਰੱਖਦੇ ਹਾਂ, ਉਹ ਰਿਕਾਰਡ ਬਣ ਜਾਂਦਾ ਹੈ, ਕੁਦਰਤੀ ਉੱਤੇ ਸਰਕਾਰਾਂ ਕੰਮ ਕਰਦੀਆਂ ਨੇ। ਸੋ ਉਹ ਤਾਂ ਨਹੀਂ ਆਇਆ, ਪਰ ਇਹ DC ਸਾਹਿਬ ਦੇ ਨਾਲ ਅਸੀਂ ਮਤਲਬ ਗੱਲ ਕਰਕੇ ਇਹ ਜ਼ਰੂਰ ਹੈ ਕਿ ਖੜਵੰਜਾ ਇਹਦਾ ਜਿਹੜਾ
ਉਹ ਮਨਰੇਗਾ ਤੋਂ ਕਰਾਉਣ ਦਾ ਕੰਮ ਜਿਹੜਾ ਸਾਡੀ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਜਿਹੜਾ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ, ਉਹ ਮਨਰੇਗਾ ਤੋਂ ਅਪਰੂਵਲ ਮਿਲ ਜੇਗੀ, ਉਹ ਲੱਗ ਜੇਗਾ। ਫਿਰ ਤੁਹਾਨੂੰ ਪਤਾ ਕਿ ਬੇੜੇ ਪਾ ਕੇ ਦਿੱਤੇ ਸੀ ਜਦੋਂ ਆਪਾਂ ਉਦੋਂ ਤਾਂ ਬੇੜਾ ਹੈ ਹੀ ਨਹੀਂ, ਹੁਣ ਤਾਂ ਚਲੋ ਖੈਰ ਹੋਰ ਵੀ ਬੇੜੇ ਆ ਗਏ ਨੇ। ਤੇ ਇੱਕ ਪੰਟੂਨ ਬ੍ਰਿਜ ਜਿਹੜੇ ਆ, ਇਹ ਵੀ ਤੁਹਾਨੂੰ ਪਤਾ ਜਦੋਂ ਅਸੀਂ ਨਵਾਂ ਬ੍ਰਿਜ ਚਾਲੂ ਕੀਤਾ ਸੀ ਪੱਤਨ ਤੇ ਪਰਲੇ ਬੰਨੇ, ਉਦੋਂ ਵੀ ਅਸੀਂ ਉੱਥੇ ਜਿਹੜਾ ਪੰਟੂਨ ਬ੍ਰਿਜ ਫ੍ਰੀ ਹੋਇਆ ਸੀ, ਮੇਰੀ ਕੋਸ਼ਿਸ਼ ਸੀ ਕਿ ਉਹ ਇੱਧਰ ਆ ਜੇ। ਤੇ ਹੁਣ ਉਹ ਵੀ 2 ਬ੍ਰਿਜ ਜਿਹੜੇ ਨੇ ਇਹਦੇ ਤਕਰੀਬਨ ਮੇਰਾ ਖਿਆਲ ਪਾਸ ਹੋ ਗਏ ਨੇ, ਕਿਉਂਕਿ ਉਧਰ ਦੇ ਮਿਨਿਸਟਰ ਉਹਨਾਂ ਦਾ ਵੀ ਇੰਟਰਸਟ ਹੈ ਤੇ ਸਾਡਾ ਤੇ ਹਮੇਸ਼ਾ ਉਹਨਾਂ ਤੋਂ ਪਹਿਲਾਂ ਦਾ ਇੰਟਰਸਟ ਚੱਲਿਆ ਆਉਣ ਡਿਆ। ਸੋ ਮੇਰਾ ਖਿਆਲ ਉਹ ਵੀ 2 ਜਿਹੜੇ ਨੇ ਬ੍ਰਿਜ ਨੇ ਦਰਿਆਓਂ ਪਾਰ, ਮਤਲਬ ਉਹ ਵੀ ਇਸ ਅਜਨਾਲੇ ਬੈਲਟ ਨੂੰ ਜ਼ਿਆਦਾ ਇਹਦਾ ਫਾਇਦਾ ਮਿਲੇਗਾ। ਔਜਲਾ ਸਾਹਿਬ, ਅਕਸਰ ਹੀ ਜਦੋਂ ਕਿਸਾਨਾਂ ਨੂੰ ਇੱਕ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕੋਈ ਬੰਦਾ ਡਰੱਗ ਉੱਥੇ ਰੱਖ ਜਾਂਦਾ ਸੀਗਾ, ਕੀ ਲੱਗਦਾ ਇਹ ਜਿਹੜੀ ਆ ਜਿਹੜੇ ਕਿਸਾਨ ਸੀਗੇ ਇਹਨਾਂ ਤੋਂ ਬਚ ਸਕਣਗੇ ਜੇਕਰ 200 ਮੀਟਰ ਹੀ ਬੇਸ਼ੱਕ ਅੱਗੇ ਤਾਰ ਜਾਂਦੀ ਆ? ਦੇਖੋ ਹੁਣ ਨਾ ਟੈਕਨੋਲੋਜੀ ਪੂਰੀ ਚੇਂਜ ਹੋ ਗਈ ਆ, ਹੁਣ ਉਹ ਡਰੋਨ ਰਾਹੀਂ ਭੇਜੀ ਜਾ ਰਹੇ ਨੇ। ਹਾਂ, ਇਹ ਤੇਰੀ ਗੱਲ ਠੀਕ ਹੈ, ਕਿਉਂਕਿ ਉੱਦਾਂ 2 ਏਕੜ ਦਾ ਵਕਫਾ ਦਾ 2-3 ਏਕੜ ਦਾ, ਮਤਲਬ ਉੱਥੇ ਥੋੜ੍ਹੇ ਜ਼ਿਮੀਂਦਾਰ ਜਾਣਾ ਹੁੰਦਾ। ਹੁਣ ਇੱਥੇ ਬਹੁਤ ਜ਼ਿਆਦਾ ਬੰਦਿਆਂ ਦੀ ਇਨਵੋਲਵਮੈਂਟ ਹੁੰਦੀ ਹੈ, 2000 ਏਕੜ ਨੂੰ ਵਾਹੁਣ ਜਾਣਾ, ਤੇ ਫਿਰ ਉੱਥੇ ਇਹ ਚੀਜ਼ਾਂ ਜ਼ਿਆਦਾ ਵੱਧ ਸਕਦੀਆਂ। ਓਪਨ ਏਰੀਆ ਰਹਿ ਜਾਂਦਾ। ਇੱਕ ਚੌਂਕੀ ਹੈਗੀ ਤੇ ਹੈ, ਪਾਰ ਬਣਾਈ ਇਹਨਾਂ ਨੇ BSF ਨੇ, ਪਰ ਉਹ ਫਿਰ ਵੀ ਉਹ ਚੀਜ਼ ਜਿਹੜੀ ਆ ਉਹ ਨਹੀਂ ਰੁਕ ਪਾਉਂਦੀ। ਇਹਦਾ ਫਰਕ ਤੇ ਪਏਗਾ ਹੀ। ਸੋ ਇਹਦਾ ਜਿਹੜਾ ਜਿਹੜੇ ਲੋਕ ਨੇ ਉਹਨਾਂ ਨੂੰ ਬਹੁਤ ਲਾਭ, ਕਿਉਂਕਿ ਇੱਕ ਜ਼ਮੀਨ ਅਸੀਂ ਤਾਰੋਂ ਅੱਗੇ ਜਾ ਕੇ ਵਾਹੁਣੀ ਤੇ ਇੱਕ ਤਾਰ ਅੱਗੇ ਚਲੇ ਜਾਣੀ, ਅਸੀਂ ਜਦੋਂ ਮਰਜ਼ੀ ਵਾਹ ਸਕਦੇ ਹਾਂ, ਕੋਈ ਪੱਠਾ ਲੱਤਾ ਬੀਜ ਸਕਦੇ ਹਾਂ, ਕੋਈ ਫਸਲ ਆਪਣੀ ਜਦੋਂ ਮਰਜ਼ੀ ਵੱਢਣ ਜਾ ਸਕਦੇ ਆ, ਪਾਣੀ ਟਾਈਮ ਨਾਲ ਲੱਗ ਸਕਦਾ, ਫਸਲ ਦਾ ਝਾੜ ਵਧੂਗਾ, ਹਰ ਚੀਜ਼ ਦਾ ਵਾਧਾ ਹੋਏਗਾ ਇਸ ਚੀਜ਼ ਨਾਲ। ਅੱਛਾ, ਇੱਕ ਹੋਰ ਗੱਲ ਸੀ ਕਿ ਜਦੋਂ ਪੁਲਵਾਮਾ ਅਟੈਕ ਹੋਇਆ ਸੀਗਾ ਉਸ ਤੋਂ ਬਾਅਦ JCP ਦਾ ਵੀ ਕੰਮ ਬਹੁਤ ਬੰਦ ਕਰ ਦਿੱਤਾ ਗਿਆ, ਕੂਲੀ ਫ੍ਰੀ ਹੋ ਗਏ ਉੱਥੇ। ਉਸ ਤੋਂ ਬਾਅਦ ਇੱਕ ਟ੍ਰੇਨ ਜਿਹੜੀ ਸੀਗੀ ਸਮਝੌਤਾ ਐਕਸਪ੍ਰੈਸ, ਉਹ ਬੰਦ ਕਰ ਦਿੱਤੀ ਗਈ। ਕੀ ਲੱਗਦਾ ਕਿ ਇਹ ਵੀ ਦੁਬਾਰਾ ਸ਼ੁਰੂ ਹੋਣਾ ਚਾਹੀਦਾ? ਪਿਆਰ ਵਧਣਾ ਚਾਹੀਦਾ, ਬੇਸ਼ੱਕ ਅਸੀਂ ਆਵਾਮਾਂ ਜਿਹੜੀਆਂ ਮਿਲਣ ਨੂੰ ਤਰਸਦੀਆਂ, ਲੇਕਿਨ ਇਹ ਚੀਜ਼ਾਂ ਖੁੱਲ੍ਹਣੀਆਂ ਚਾਹੀਦੀਆਂ ਨੇ। ਦੇਖੋ ਕਈ ਚੀਜ਼ਾਂ ਨਾ ਪ੍ਰੀਤ, ਦੇਖੋ ਅਸੀਂ ਮੈਂ ਹੁਣ ਲਾਸਟ ਮੀਟਿੰਗ 4 ਦਿਨ ਪਹਿਲਾਂ ਲਈ ਹੈ ਬਾਰਡਰ ਦੇ ਉੱਤੇ, ਤੁਸੀਂ ਦੇਖਿਆ ਹੀ ਹੋਏਗਾ, ਉੱਥੇ ਰਿਵਿਊ ਕੀਤਾ ਸਾਰੀ ਚੀਜ਼ ਦਾ। ਕੁਝ ਚੀਜ਼ਾਂ ਸਾਡੀਆਂ ਕਮਜ਼ੋਰੀਆਂ ਨੇ, ਜਿਵੇਂ ਅਸੀਂ ਟਰੱਕ ਸਕੈਨਰ ਹੈ, ਦੁਸ਼ਮਣ ਕੀ ਕਰਦਾ ਉਹਦੇ ਤੇ ਸਾਨੂੰ ਗਿਲਾ ਨਹੀਂ ਹੋਣਾ ਚਾਹੀਦਾ। ਦੁਸ਼ਮਣ ਤੇ ਦੁਸ਼ਮਣ ਹੈ, ਉਹਨੇ ਸਾਡੇ ਆਖਿਆ ਹਟਣਾ ਨਹੀਂ, ਨਾ ਡਰੱਗ ਭੇਜਣ ਹਟਣਾ, ਨਾ ਉਹਨੇ ਹਥਿਆਰ ਭੇਜਣ ਹਟਣਾ। ਸਾਨੂੰ ਆਪਣੀ ਤਿਆਰੀ ਪੂਰੀ ਰੱਖਣੀ ਚਾਹੀਦੀ ਹੈ। ਅਸੀਂ ਵੇਖੋ ਟਰੱਕ ਸਕੈਨਰ 2012 ਦਾ ਜਦੋਂ ICP ਬਣੀ ਹੈ, ਪਾਕਿਸਤਾਨ ਵਾਲੇ ਬੰਨੇ ਲੱਗਾ, ਸਾਡੇ ਵਾਲੇ ਬੰਨੇ ਨਹੀਂ ਲੱਗਾ। 17 ਤੋਂ ਬਾਅਦ ਮੈਂ ਲਗਾਤਾਰ ਟਰੱਕ ਸਕੈਨਰ ਦਾ ਮਸਲਾ, ਡਰੱਗ ਜਿਹੜਾ 600 ਕਿਲੋ ਆਈ ਸੀ ਉਹਦਾ ਮਸਲਾ ਪਾਰਲੀਮੈਂਟ ਦੇ ਵਿੱਚ ਰੱਖਿਆ, ਹੋਮ ਮਿਨਿਸਟਰ ਦੇ ਸਾਹਮਣੇ ਰੱਖਿਆ। 2 ਵਾਰੀ ਸਟੇਟ ਮਿਨਿਸਟਰ ਟਰੱਕ ਸਕੈਨਰ ਦਾ ਉਦਘਾਟਨ ਕਰ ਗਏ। ਤੇ ਜੇ ਹੁਣ ਲੱਗਾ ਹੀ ਲੱਗਾ ਆ ਕੇ, ਮਤਲਬ 10 ਸਾਲਾਂ ਬਾਅਦ ਤੁਸੀਂ ਇਹ ਵੇਖੋ ਕਿ ਉਹ BN ਨੇ, ਕਸਟਮ ਨੇ ਕਹਿ ਦਿੱਤਾ ਕਿ ਇਹ ਸਾਡੇ ਮਾਪਦੰਡਾਂ ਦੇ ਮੁਤਾਬਕ ਨਹੀਂ ਹੈਗਾ, ਉਹ ਸਕ੍ਰੈਪ ਹੋ ਗਿਆ। ਹੁਣ ਕਿਹਾ ਜਿਹਨੂੰ ਚੁੱਕ ਕੇ ਲੈ ਜਾਓ। ਮਤਲਬ ਆਹ ਸਾਡੇ ਇੰਡੀਆ ਦਾ ਹਾਲ ਹੈ, ਇੱਥੋਂ ਦੀ ਬਿਊਰੋਕ੍ਰੇਸੀ ਦਾ, ਕਿਉਂਕਿ ਇਹ 'ਚ ਤੁਹਾਨੂੰ ਪੋਲੀਟੀਕਲ ਬੰਦਾ ਕੋਈ ਇਨਵੋਲਵ ਹੀ ਨਹੀਂ ਹੈਗਾ, ਕਿਉਂਕਿ ਪੋਲੀਟੀਕਲ ਬੰਦੇ ਨੇ ਨਹੀਂ ਲੱਗਣ ਦਿੱਤਾ ਜੀ, ਪੋਲੀਟੀਕਲ ਬੰਦਾ ਰੋਕਦਾ ਹੈ, ਇਹ 'ਚ ਤਾਂ ਕੋਈ ਇਨਵੋਲਵ ਨਹੀਂ। ਉੱਪਰੋਂ ਲੈ ਕੇ ਥੱਲੇ ਤੱਕ ਬਿਊਰੋਕ੍ਰੇਸੀ ਆ। ਮਤਲਬ ਇੰਨਾ ਬੁਰਾ ਹਾਲ ਆ, ਤੁਸੀਂ ਸੋਚ ਨਹੀਂ ਸਕਦੇ। ਹੁਣ ਟਰੱਕ ਇੰਨੇ ਵੱਡੇ ਮਤਲਬ ਆਉਂਦੇ ਸਾਡੇ ਕੋਲ, ਉੱਧਰੋਂ ਇੰਪੋਰਟ ਹੁੰਦਾ ਮਾਲ, ਕਿੱਦਾਂ ਚੈੱਕ ਕਰੋਗੇ? ਹੁਣ ਉਹ ਆਂਦੇ ਜੀ ਅਸੀਂ ਨਿਗਾਹ ਮਾਰ ਸਕਦੇ, ਹੁਣ ਇੱਕ ਲੱਦੇ ਟਰੱਕ ਨੂੰ ਕਿਵੇਂ ਤੁਸੀਂ ਚੈੱਕ ਕਰ ਸਕਦੇ ਜੀ? ਰੈਂਡਮਲੀ ਉਹ ਕੋਈ ਨਾ ਕੋਈ ਬੋਰੀ ਫੜ ਕੇ ਕਰਦੇ, ਜੇ ਫੜੇਗਾ ਠੀਕ ਹੈ, ਨਹੀਂ ਤੇ ਉਹ ਲੰਘ ਗਿਆ ਜਿਹੜਾ। ਸੋ ਡਰੱਗਸ ਵਾਲਾ ਜਿਹੜਾ ਮਸਲਾ ਆ, ਇਹ ਹੋਰ ਵੀ ਮਸਲੇ ਜਿਹੜੇ ਇਹਦੇ ਨਾਲ ਜੁੜੇ ਆ, ਜਿਹੜੇ ਤੁਸੀਂ ਕਿਹਾ ਨਾ ਬੰਦ ਹੋ ਗਿਆ, ਵਪਾਰ ਬੰਦ ਹੋ ਗਿਆ। ਅਸੀਂ ਚਾਹੁੰਦੇ ਵਪਾਰ ਖੁੱਲੇ। ਕੁਝ ਪਾਕਿਸਤਾਨ ਨੇ ਰੋਕਿਆ, ਉਹ ਸਾਡੀਆਂ ਚੀਜ਼ਾਂ ਨਹੀਂ ਲੈਂਦਾ। ਕੁਝ ਅਸੀਂ 200% ਡਿਊਟੀ ਕਰ ਦਿੱਤੀ ਕਸਟਮ ਦੀ, ਔਰ ਇਹੀ ਸਮਾਨ ਪਾਕਿਸਤਾਨ ਨੂੰ ਵੀ ਵਾਇਆ ਦੂਜੇ ਕੰਟਰੀ ਰਾਹੀਂ ਜਾ ਰਿਹਾ, ਬੰਦਰਗਾਹ ਰਾਹੀਂ, ਤੇ ਸਾਡੇ ਹਿੰਦੁਸਤਾਨ 'ਚ ਵੀ ਦੂਜੇ ਬੰਦਰਗਾਹ ਰਾਹੀਂ ਆ ਰਿਹਾ ਮਹਿੰਗੇ ਰੂਪ ਦੇ ਵਿੱਚ। ਇਹਦੇ ਬਾਰੇ ਦੋਵਾਂ ਦੇਸ਼ਾਂ ਨੂੰ ਬਹਿ ਕੇ ਸੋਚਣਾ ਚਾਹੀਦਾ। ਸਾਡੀ ਸਰਕਾਰ ਨੂੰ ਅਸੀਂ ਤੇ ਬਾਰ-ਬਾਰ ਬੇਨਤੀ ਕਰਦੇ, ਕੋਈ ਸਾਡਾ ਵਪਾਰ ਖੁੱਲ੍ਹਣ ਦੇ ਨਾਲ ਸਾਨੂੰ ਬੜਾ ਆਰਥਿਕ ਮਜ਼ਬੂਤੀ ਮਿਲਦੀ ਹੈ। ਐਕਸਪ੍ਰੈਸਵੇ ਜਿਹੜਾ ਅਸੀਂ ਲੈ ਕੇ ਆਏ ਆ, ਉਹ ਵੀ ਜਿਹੜਾ ਚੁਫੇਰੇ 4 ਚੁਫੇਰੇ ਰੋਡ ਬਣਨੀ ਹੈ, ਇਹਦੇ ਜਿਹੜਾ ਬਾਈਪਾਸ ਅੰਮ੍ਰਿਤਸਰ ਦੇ, ਉਹ ਵੀ ਇੱਕ ਰੋਡ ਜਿਹੜੀ ਹੈ ਇਹ ਪਾਕਿਸਤਾਨ ਵਾਲੇ ਬੰਨੇ ਵੀ ਉਹ ਬਣਨੀ ਹੈ। ਸੋ ਉਹਦੇ ਨਾਲ ਵਪਾਰ ਦਾ ਆਦਾਨ ਪ੍ਰਦਾਨ ਸੌਖਾ ਹੈ। ਪਹਿਲਾਂ ਸਾਰਾ ਸ਼ਹਿਰ ਟੱਪ ਕੇ ਟਰੱਕ ਜਾਂਦੇ ਸੀ, ਹੁਣ ਬਾਈਪਾਸ ਟਰੱਕ ਨਿਕਲ ਜਾ ਕਰਨਗੇ। ਸੋ ਵਪਾਰ ਤੇ ਵਧਣਾ ਚਾਹੀਦਾ। ਵਪਾਰ ਦੇ ਵਧਣਾ ਸਾਡਾ ਹੀ ਖਿੱਤਾ ਮਜ਼ਬੂਤ ਹੁੰਦਾ। ਸਾਡੇ ਕੁੱਲੀ ਭਰਾ ਜਿਹੜੇ ਉਹ ਬੜੀ ਮੁਸ਼ਕਲ ਦੇ ਵਿੱਚ ਨੇ, ਇੱਕ ਉਹ ਕੱਚੇ ਨੇ ਵਿਚਾਰੇ, ਉਹਨਾਂ ਨੂੰ ਪੱਕੇ ਕਰਾਉਣ ਦੀ ਵੀ ਯਤਨ ਸਾਡੇ ਚੱਲ ਰਹੇ ਨੇ ਕਿ ਉਹ ਵਿਚਾਰੇ ਪੱਕੇ ਹੋ ਜਾਣ, ਕਿਉਂਕਿ ਪੀੜ੍ਹੀ ਦਰ ਪੀੜ੍ਹੀ ਉੱਥੇ ਉਹ ਵਪਾਰ ਨੂੰ ਹੁਲਾਰਾ ਦੇਣ ਵਾਸਤੇ ਵਿਚਾਰੇ ਕੰਮ ਕਰਦੇ ਨੇ ਉੱਥੇ। ਲਗਾਤਾਰ ਹੀ ਰਾਹੁਲ ਗਾਂਧੀ ਹੋਣਾ ਵੱਲੋਂ ਵੀ ਭਾਰਤ ਜੋੜੋ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਆ, ਲਗਾਤਾਰ ਹੀ ਸਾਰੇ ਜਾ ਰਹੇ ਨੇ। ਤੁਹਾਨੂੰ ਲੱਗਦਾ ਕਿ ਫਾਇਦਾ ਮਿਲੇਗਾ ਇਸ ਚੀਜ਼? ਕੁਦਰਤੀ ਗੱਲ ਹੈ, ਜਦੋਂ ਅਸੀਂ ਮਤਲਬ ਕਿਸੇ ਚੀਜ਼ ਨੂੰ ਉਭਾਰਦੇ ਹਾਂ ਜਾਂ ਕਿਸੇ ਮੁੱਦੇ ਨੂੰ ਚੁੱਕਦੇ ਹਾਂ, ਜਦੋਂ ਪਬਲਿਕ ਮੁੱਦਾ ਬਣ ਜਾਂਦਾ ਤੇ ਪਬਲਿਕ ਉਹਦੇ ਨਾਲ ਜੁੜਦੀ ਹੈ। ਸੋ ਭਾਰਤ ਜੋੜੋ ਦਾ ਮਕਸਦ ਤੇ ਮੇਨ ਇਹ ਹੈ ਕਿ ਜਿੱਦਾਂ ਇੱਕ ਫਿਰਕੇ ਨੂੰ ਲੈ ਕੇ, ਇੱਕ ਧਰਮ ਨੂੰ ਲੈ ਕੇ, ਜਾਤਾਂ ਦੇ ਨਾਲ ਆਧਾਰਿਤ ਵੰਡੀਆਂ ਪਾਈਆਂ ਜਾ ਰਹੀਆਂ ਨੇ, ਇਹ ਨਹੀਂ ਹੋਣੀਆਂ ਚਾਹੀਦੀਆਂ। ਮਜ਼ਬੂਤੀ ਤਾਂ ਹੈ ਜੇ 5 ਉਂਗਲਾਂ ਇਕੱਠੀਆਂ ਨੇ। ਜੇ ਇਕੱਲੀ ਉਂਗਲਾਂ ਤੇ ਕੋਈ ਮਜ਼ਬੂਤੀ ਨਹੀਂ ਗੀ, ਦੁਸ਼ਮਣ ਭਾਰੀ ਹੋਏਗਾ।
ਅਸੀਂ ਬੜੀ ਵੱਡੀ ਅਰਥ ਵਿਵਸਥਾ ਆ ਮਤਲਬ ਵਰਲਡ ਦੇ ਵਿੱਚ, ਪਰ ਅਸੀਂ ਅਗਾਂਹ ਨਹੀਂ ਵੱਧ ਪਾ ਰਹੇ ਕਿਉਂਕਿ ਸਾਡੇ 'ਚ ਆਹ ਮੁਸ਼ਕਲਾਂ ਨੇ। ਜਦੋਂ ਅਸੰਤੁਸ਼ਟਤਾ ਪੈਦਾ ਹੋਵੇ ਤੇ ਫਿਰ ਕੋਈ ਵਪਾਰੀ ਵੀ ਤੁਹਾਡੇ ਵੱਲ ਨਹੀਂ ਆਉਂਦਾ, ਕੋਈ ਅਗਾਂਹ ਵਧੂ ਸੋਚ ਤੁਹਾਡੇ 'ਚ ਪੈਦਾ ਨਹੀਂ ਹੁੰਦੀ, ਕਿਉਂਕਿ ਆਪਾਂ ਇੱਕ ਧਰਮ ਨਾਲ ਵੱਧ ਜਾਂਦੇ ਆ, ਇੱਕ ਆਪਾਂ ਫਿਰਕੇ ਨਾਲ ਵੱਧ ਜਾਂਦੇ ਆ, ਅਸੀਂ ਵਰਗਾਂ 'ਚ ਵੰਡੇ ਜਾਂਦੇ ਹਾਂ, ਅਸੀਂ ਮਜ਼ਬੂਤੀ ਸਾਡੀ ਖਤਮ ਹੋ ਜਾਂਦੀ ਹੈ। ਸੋ ਉਸ ਮਜ਼ਬੂਤੀ ਨੂੰ ਦੁਬਾਰਾ ਗੇਨ ਕਰਨ ਵਾਸਤੇ ਜਿਹੜੀ ਇਹਨਾਂ ਨੇ ਖਤਮ ਕੀਤੀ ਆ, ਰਾਹੁਲ ਗਾਂਧੀ ਜ਼ਮੀਨ ਤੇ ਉਤਰਿਆ ਔਰ ਲਗਾਤਾਰ ਮਤਲਬ ਉਹ ਪੈਦਲ ਯਾਤਰਾ ਕਰ ਰਿਹਾ ਔਰ ਲੋਕਾਂ ਨੂੰ ਸੰਦੇਸ਼ ਦੇ ਰਿਹਾ ਕਿ ਆਓ ਸਾਰੇ ਇਕੱਠੇ ਹੋਈਏ, ਭਾਰਤ ਇੱਕ ਹੈ, ਅਸੀਂ ਸਾਰੇ ਇੱਕ ਹੈ, ਅਸੀਂ ਫਿਰਕਿਆਂ 'ਚ ਨਹੀਂ ਵੰਡੇ ਜਾਣਾ, ਅਸੀਂ ਧਰਮਾਂ 'ਚ ਨਹੀਂ ਵੰਡੇ ਜਾਣਾ। ਸੋ ਇਹ ਸਨ ਗੁਰਜੀਤ ਸਿੰਘ ਔਜਲਾ, ਜਿਨ੍ਹਾਂ ਵੱਲੋਂ ਲਗਾਤਾਰ ਹੀ ਅੰਮ੍ਰਿਤਸਰ ਦੇ ਕੰਡਿਆਰੀ ਤਾਰਾਂ ਨੂੰ ਲੈ ਕੇ ਬਹੁਤ ਵਾਰ ਮੁੱਦੇ ਜਿਹੜੇ ਨੇ ਚੁੱਕੇ ਜਾ ਰਹੇ ਨੇ ਅਤੇ ਲਗਾਤਾਰ ਹੀ ਹੁਣ ਉਸ ਮੁੱਦਿਆਂ ਨੂੰ ਜਿਹੜਾ ਹੈ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਹੁਣ ਪੰਜਾਬ ਸਰਕਾਰ ਵੱਲੋਂ ਵੀ ਕੇਂਦਰ ਸਰਕਾਰ ਨੂੰ ਲੈਟਰ ਲਿਖੀ ਗਈ ਹੈ, ਜਿਸ ਵਿੱਚ ਕਿਹਾ ਗਿਆ ਕਿ 200 ਮੀਟਰ ਜਿਹੜੀ ਅਗਾਂਹ ਨੂੰ ਤਾਰ ਜਿਹੜੀ ਆ ਉਹ ਕੀਤੀ ਜਾਵੇ, ਤਾਂ ਜੋ ਕਿ ਲੋਕਾਂ ਨੂੰ ਅਤੇ ਖਾਸ ਤੌਰ 'ਤੇ ਕੰਡਿਆਰੀ ਤਾਰਾਂ ਦੇ ਲਾਗੇ ਕਿਸਾਨਾਂ ਨੂੰ ਫਾਇਦਾ ਪਹੁੰਚ ਸਕੇ। ਅਤੇ ਦੂਸਰੇ ਪਾਸੇ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਜੋ ਸਾਡੇ ਕੂਲੀ ਵੀਰ ਨੇ ਉਹਨਾਂ ਨੂੰ ਵੀ ਪੱਕੇ ਕਰਨ ਵਾਸਤੇ ਲਗਾਤਾਰ ਹੀ ਯਤਨ ਜਾਰੀ ਨੇ ਤੇ ਉਹਨਾਂ ਨੂੰ ਵੀ ਜੋ ਮਨ ਦਾ ਮਨਸੂਬਾਰ ਹੈ ਉਹ ਵੀ ਜ਼ਰੂਰ ਦਿਵਾਇਆ ਜਾਵੇਗਾ। ਕੈਮਰਾਮੈਨ ਵੰਸ਼ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।